Well, viewers, I'm feeling glad to present the summary version of Pride and Prejudice from Ace with Esther. ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਰੀ ਵਰਜ਼ਨ ਲੈ ਕੇ ਆਇਆ ਹਾਂ ਪ੍ਰਾਈਡ ਐਂਡ ਪ੍ਰੈਜੁਡਿਸ ਦਾ, ਜਿਸ ਦਾ ਕਿ ਤੁਸੀਂ ਫੁੱਲ ਐਕਸਪਲੇਨੇਸ਼ਨ ਵਰਜ਼ਨ ਦੇਖ ਚੁੱਕੇ ਹੋ। ਜੇ ਦੁਬਾਰਾ ਦੇਖਣਾ ਹੈ ਤਾਂ ਆਈ ਬਟਨ ਤੇ ਕਲਿੱਕ ਕਰੋ। ਜੇ ਤੁਸੀਂ ਇਸ ਦਾ ਕੁਐਸਚਨ ਆਨਸਰਸ ਤੱਕ ਦੇਖਣਾ ਚਾਹੁੰਦੇ ਹੋ ਤਾਂ ਐਂਡ ਤੱਕ ਬਣੇ ਰਹੋ, ਤੁਹਾਡਾ ਟਾਈਮ ਵਿਅਰਥ ਨਹੀਂ ਜਾਏਗਾ। Do like, share and subscribe if you are new. Good morning friends, I greet you on my channel for the summary of Pride and Prejudice, extract taken from the book written by Jane Austen in Ace with Esther. I, Sherbaj Singh, is being happy to give you the explanation. This is the story of a family of Mr. Bingley, who lives near the city, London, the capital of England. Their village name is Longbourn. It is little far away from London. They stay there along with their 5 daughters. They have a friend whose name is Mr. Bingley in the village nearby named Netherfield, where he was visited by his friend Mr. Darcy and his 2 sisters. One is Miss Bingley and another is Mrs. Harts. ਇਹ ਸਟੋਰੀ ਮਿਸਿਸ ਬੈਨਟ ਦੇ ਆਲੇ ਦੁਆਲੇ ਘੁੰਮਦੀ ਹੈ। ਮਿਸਿਸ ਬੈਨਟ ਦੀਆਂ 5 ਧੀਆਂ ਜਿਨ੍ਹਾਂ ਦੇ ਵਿਆਹ ਦੇ ਬਾਰੇ ਉਹ ਬਹੁਤ ਚਿੰਤਿਤ ਹੁੰਦੀ ਹੈ। ਉਹ ਚਾਹੁੰਦੀ ਹੈ ਕਿ ਇਹਨਾਂ ਨੂੰ ਕੋਈ ਅਮੀਰ ਪਰਿਵਾਰ ਮਿਲੇ ਅਤੇ ਇਹਨਾਂ ਦਾ ਵਿਆਹ ਕੀਤਾ ਜਾਵੇ। ਅਤੇ ਉਹਨਾਂ ਦੇ ਗੁਆਂਢ ਪਿੰਡ ਜਿਹੜਾ ਕਿ ਉੱਥੋਂ 3 ਮੀਲ ਦੀ ਦੂਰੀ 'ਤੇ ਸੀ, ਉਸ ਪਿੰਡ ਦਾ ਨਾਂ ਸੀ ਨੈਦਰਫੀਲਡ। ਉੱਥੇ ਉਹਨਾਂ ਦੇ ਇੱਕ ਦੋਸਤ ਰਹਿੰਦੇ ਸੀ ਜਿਨ੍ਹਾਂ ਦਾ ਨਾਂ ਸੀ ਮਿਸਟਰ ਬਿੰਗਲੇ। ਮਿਸਟਰ ਬਿੰਗਲੇ ਦੇ ਘਰ ਮਿਸਟਰ ਡਾਰਸੀ ਅਤੇ ਉਹਨਾਂ ਦੀਆਂ 2 ਭੈਣਾਂ ਪਹੁੰਚਦੀਆਂ ਹਨ। ਇਸ ਓਕੇਜ਼ਨ 'ਤੇ ਉਹ ਆਪਣੇ ਦੋਸਤ ਮਿਸਟਰ ਡਾਰਸੀ ਨੂੰ ਫੈਮਿਲੀ ਸਮੇਤ ਆਪਣੇ ਕੋਲ ਇਨਵਾਈਟ ਕਰਦੇ ਹਨ ਅਤੇ ਇੱਕ ਇਨਵੀਟੇਸ਼ਨ ਲੈਟਰ ਦਿੰਦੇ ਹਨ, ਜਿਸ ਵਿੱਚ ਉਹ ਉਸ ਨੂੰ ਕਹਿੰਦੇ ਹਨ ਕਿ ਉਹ ਉਹਨਾਂ ਦੇ ਕੋਲ ਡਿਨਰ 'ਤੇ ਪਹੁੰਚਣ। ਹੁਣ ਇਸ ਗੱਲ 'ਤੇ ਮਿਸਿਸ ਬੈਨਟ, ਜੋ ਕਿ ਆਪਣੀਆਂ ਧੀਆਂ ਦੇ ਵਿਆਹ ਦੇ ਲਈ ਚਿੰਤਿਤ ਸੀ, ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਆਪਣੀ ਬੜੀ ਬੇਟੀ ਨੂੰ ਜੇਨ ਨੂੰ ਉੱਥੇ ਭੇਜ ਦਿੰਦੀ ਹੈ। ਹੁਣ ਜੇਨ ਜਾਣ ਵਾਸਤੇ ਕੋਚ ਦੀ ਵਿਵਸਥਾ ਕਰਨ ਨੂੰ ਕਹਿੰਦੀ ਹੈ, ਪਰ ਉਹ ਕਹਿੰਦੀ ਹੈ ਕਿ ਸਾਡੇ ਕੋਲ ਇੰਨੇ ਜ਼ਿਆਦਾ ਘੋੜੇ ਸਪੇਅਰ ਨਹੀਂ ਹੈ, ਇਸ ਕਰਕੇ ਤੂੰ ਇੱਕ ਘੋੜਾ ਲੈ ਕੇ ਚਲੀ ਜਾ। On the back of her mind, she was having an idea that it was about to rain and she will be drenched and won't be able to come back very soon. ਉਹ ਚਾਹੁੰਦੀ ਸੀ ਕਿ ਉਹ ਥੋੜ੍ਹੇ ਦਿਨ ਉਹਨਾਂ ਦੇ ਨਾਲ ਰਵੇ ਅਤੇ ਉਹਨਾਂ ਦੇ ਨਾਲ ਇਸ ਦਾ ਪਿਆਰ ਪਵੇ ਅਤੇ ਉਹਨਾਂ ਦੇ ਪਰਿਵਾਰ 'ਚ ਰਚ ਮਿਚ ਜਾਵੇ ਅਤੇ ਫਿਰ ਇਹਨਾਂ ਦੇ ਵਿਆਹ ਦੀ ਗੱਲ ਚਲਾਈਏ। ਪਰ ਉਹ ਇਸੇ ਤਰ੍ਹਾਂ ਹੀ ਹੁੰਦਾ ਹੈ, ਉਹ ਇਕੱਲੀ ਚਲੀ ਜਾਂਦੀ ਹੈ ਅਤੇ ਨਾਲ ਹੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਹਦੇ ਕਰਕੇ ਉਹ ਉੱਥੇ ਰੁਕਣਾ ਪੈਂਦਾ ਉਸ ਨੂੰ। ਅਤੇ ਉਹ ਇੱਕ ਸੁਨੇਹਾ ਭੇਜ ਦਿੰਦੀ ਹੈ, ਚਿੱਠੀ ਲਿਖ ਕੇ, ਕਿ ਉਹ ਬਿਮਾਰ ਹੈ
इस करके छेती वापस नहीं आ सकती। इस गल ते उसदियां भैणां ते मिस्टर बैनट काफ़ी चिंतित हुंदे हन ते ਉਹ ਉਹਨਾਂ ਨੂੰ ਉਹਦਾ ਪਤਾ ਲੈਣਾ ਚਾਹੁੰਦੇ ਹਨ। ਪਰ ਮਿਸਿਸ ਬੈਨਟ ਉਹ ਬਿਲਕੁਲ ਵੀ ਕੋਈ ਚਿੰਤਾ ਨਹੀਂ ਕਰਦੀ। ਉਹ ਕਹਿੰਦੀ ਹੈ ਕਿ ਮਾੜੀ ਮੋਟੀ ਠੰਡ ਹੈ, ਇਸ ਦੇ ਨਾਲ ਕੋਈ ਨਹੀਂ ਮਰਨ ਲੱਗਿਆ ਅਤੇ ਕੁਛ ਨਹੀਂ ਹੁੰਦਾ, ਤੁਸੀਂ ਰਹਿਣ ਦਿਓ। ਪਰ ਦੂਸਰੇ ਨੰਬਰ ਵਾਲੀ ਬੇਟੀ ਐਲਿਜ਼ਾਬੈਥ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ। ਉਹ ਕਹਿੰਦੀ ਮੈਂ ਤਾਂ ਜਾਊਂਗੀ, ਚਾਹੇ ਬੇਸ਼ੱਕ ਮੈਂ ਵੀ ਤੁਹਾਡੇ ਕੋਲ ਘੋੜੇ ਨਹੀਂ ਹਨ ਅਤੇ ਮੈਂ ਪੈਦਲ ਚਲੀ ਜਾਊਂਗੀ। ਅਤੇ ਉਹ ਪੈਦਲ ਜਾਣ ਦਾ ਮਨ ਬਣਾ ਲੈਂਦੀ ਹੈ। ਉੱਥੋਂ ਚਲੀ ਜਾਂਦੀ ਹੈ ਅਤੇ ਉਹ ਇਹ ਵਾਅਦਾ ਕਰਕੇ ਜਾਂਦੀ ਹੈ ਕਿ ਮੈਂ ਸ਼ਾਮ ਤੱਕ ਵਾਪਸ ਆ ਜਾਊਂਗੀ, ਡਿਨਰ ਟਾਈਮ ਤੱਕ। ਪਰ ਉੱਥੇ ਉਹ ਪਹੁੰਚਦੀ ਹੈ, ਉਦੋਂ ਤੱਕ ਉਹ ਚੰਗੀ ਤਰ੍ਹਾਂ ਉਸਦੇ ਕੱਪੜੇ ਗੰਦੇ ਹੋ ਜਾਂਦੇ ਹੈ, ਚਿੱਕੜ ਲੱਗ ਜਾਂਦਾ ਅਤੇ ਉਹ ਉੱਥੇ ਪਹੁੰਚ ਕੇ ਆਪਣੀ ਭੈਣ ਨੂੰ ਮਿਲਦੀ ਹੈ ਜਿਹੜੀ ਕਿ ਬਿਮਾਰ ਪਈ ਸੀ। ਉਸ ਦਾ ਧਿਆਨ ਰੱਖਦੀ ਹੈ, ਉਸ ਦੀ ਸੇਵਾ ਕਰਦੀ ਹੈ ਅਤੇ ਪਰ ਜਦੋਂ ਉਹ ਵਾਅਦੇ ਦੇ ਮੁਤਾਬਕ ਉੱਥੋਂ ਮੁੜਨ ਲੱਗਦੀ ਹੈ ਤਾਂ ਉਸਦੀ ਭੈਣ ਅਤੇ ਘਰ ਦੇ ਹੋਰ ਪਰਿਵਾਰ ਦੇ ਜੀਅ ਉਸ ਨੂੰ ਕਹਿੰਦੇ ਹਨ ਕਿ ਤੁਸੀਂ ਨਾ ਜਾਓ, ਇੱਥੇ ਹੀ ਰਹੋ। ਫਿਰ ਉਹ ਉੱਥੇ ਰੁਕਣ ਦਾ ਮਨ ਬਣਾ ਲੈਂਦੀ ਹੈ ਅਤੇ ਉੱਥੋਂ ਸੁਨੇਹਾ ਭੇਜ ਕੇ ਨੌਕਰ ਦੇ ਹੱਥ ਆਪਣੇ ਕੱਪੜੇ ਮੰਗਵਾਉਂਦੀ ਹੈ ਕਿ ਮੇਰੇ ਕੱਪੜੇ ਲਿਆ ਦਿਓ, ਮੈਂ ਅਜੇ ਰੁਕਣਾ ਹੈ ਇੱਥੇ। ਇਸੇ ਦੌਰਾਨ ਉਸ ਦੀ ਚਰਚਾ ਉਸ ਦੀਆਂ ਭੈਣਾਂ ਦੇ ਨਾਲ ਹੁੰਦੀ ਹੈ ਜੋ ਕਿ ਉਸ ਦੇ ਵਿੱਚ ਕਾਫੀ ਨੁਕਸ ਕੱਢਦੀਆਂ ਰਹਿੰਦੀਆਂ ਹਨ। ਉਹ ਉਸ ਨੂੰ ਆਪਣਾ ਮਨ ਬਣਾ ਲੈਂਦੀ ਹੈ ਕਿ ਇਹ ਕਿਤੇ ਉਸ ਨੂੰ ਚੰਗਾ ਨਹੀਂ ਸਮਝਦੀਆਂ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਉਹ ਆਪਣੇ ਮਨ ਦੇ ਵਿੱਚ ਹੀ ਇੱਕ ਗਲਤਫਹਿਮੀ ਪਾਲ ਲੈਂਦੀ ਹੈ ਕਿ ਇਹ ਜਿਹੜੀਆਂ ਉਸ ਮਿਸਟਰ ਡਾਰਸੀ ਦੀਆਂ ਭੈਣਾਂ ਹਨ ਉਹ ਉਸ ਦੇ ਬਾਰੇ ਬੁਰਾ ਸੋਚਦੀਆਂ। ਉਹ ਕਦੇ ਵੀ ਉਹਨਾਂ ਦੇ ਨਾਲ ਐਡਜਸਟ ਕਰਨਾ ਨਹੀਂ ਸਮਝਦੀ। ਉਹਨਾਂ ਦੀ ਆਮ ਹੀ ਨੁਕਤਾਚੀਨੀ ਹੁੰਦੀ ਰਹਿੰਦੀ ਹੈ ਕਿਉਂਕਿ ਇਹ ਐਲਿਜ਼ਾਬੈਥ ਦਾ ਇੱਕ ਸੁਭਾਅ ਵੀ ਹੁੰਦਾ ਹੈ ਕਿ ਉਹ ਗੱਲ ਮੂੰਹ 'ਤੇ ਕਰਨ ਵਾਲੀ ਹੁੰਦੀ ਹੈ ਅਤੇ ਉਹ ਇਹ ਨਹੀਂ ਸੋਚਦੀ ਕਿ ਜੇ ਮੈਂ ਇਹ ਗੱਲ ਕਹੀ ਤਾਂ ਉਸ ਦਾ ਕੀ ਨਤੀਜਾ ਨਿਕਲੇਗਾ ਅਤੇ ਕਿਸੇ ਨੂੰ ਬੁਰੀ ਲੱਗੇਗੀ। ਉਹ ਮੂੰਹ ਦੇ ਉੱਤੇ ਹੀ ਗੱਲ ਕਰ ਦਿੰਦੀ ਹੈ, ਜਿਸ ਕਾਰਨ ਅਤੇ ਦੂਸਰੇ ਪਾਸੇ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਮਿਸਟਰ ਡਾਰਸੀ ਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਉਹ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਹੁੰਦੀ ਹੈ। ਇਸ ਕਰਕੇ ਉਹ ਉਸ ਨੂੰ ਚੰਗਾ ਸਮਝਣ ਲੱਗ ਪੈਂਦੇ ਹੈ। ਪਰ ਉਹਨਾਂ ਦੇ ਬੈਕ ਆਫ ਮਾਈਂਡ ਇਹ ਗੱਲ ਚੱਲਦੀ ਹੁੰਦੀ ਹੈ ਕਿ ਉਹ ਬਹੁਤ ਧਨਾੜ ਲੋਕ ਹੈਗੇ ਹੈ ਅਤੇ ਇਹ ਉਹਨਾਂ ਦੇ ਨਾਲ ਨਹੀਂ ਮੈਚ ਬਣ ਸਕਦਾ। ਇੱਥੇ ਇਹ ਉਹ ਮਿਸਟਰ ਡਾਰਸੀ ਦਾ ਪਰਿਵਾਰ ਪ੍ਰਾਈਡ ਦਾ ਐਗਜ਼ਾਮਪਲ ਹੈ ਅਤੇ ਜਿਹੜੀ ਮਿਸ ਬੈਨਟ ਹੈ ਉਹ ਪ੍ਰੈਜੂਡਿਸ ਹੈ। ਇਸ ਕਰਕੇ ਇਸ ਦਾ ਸ਼ੀਰਸ਼ਕ ਇਸੇ ਗੱਲ ਤੋਂ ਪ੍ਰਾਈਡ ਐਂਡ ਪ੍ਰੈਜੂਡਿਸ ਲਿਆ ਗਿਆ ਹੈ। ਇਸ ਦੇ ਵਿੱਚ ਅੰਤ ਤੱਕ ਇਸੇ ਤਰ੍ਹਾਂ ਹੀ ਨੁਕਤਾਚੀਨੀ ਹੁੰਦੀ ਰਹਿੰਦੀ ਹੈ। ਅਤੇ ਹੁਣ ਆਪਾਂ ਐਕਸਰਸਾਈਜ਼ ਵਰਕ 'ਤੇ ਆਈਏ। ਪਹਿਲੀ ਐਕਸਰਸਾਈਜ਼ ਜਿਸ ਦੇ ਵਿੱਚ ਸੀਕੁਐਂਸਿੰਗ ਹੈ, ਜੇਨ ਫਾਲਸ ਇਲ, Caroline Bingley, Mr. Bingley and Mr. Darcy discuss the qualities of accomplished women. Caroline Bingley invites Jane to her house. Mrs. Bennet asks Jane to ride to Netherfield on horseback. ਫਿਰ ਐਲਿਜ਼ਾਬੈਥ walks to Netherfield। ਇਹਨਾਂ ਵਿੱਚ ਪਹਿਲਾਂ ਕਿਹੜੀ ਲਾਈਨ ਆਈ ਹੈ ਉਹ ਇਹ ਬਣਦੀ ਹੈ, ਕੈਰੋਲਿਨਾ ਬਿੰਗਲੇ
इनवाइट्स जेन टू हर हाउस। ये फर्स्ट लाइन है, यानी कि तीसरे नंबर वाली लाइन पहले नंबर पर आएगी। फिर लास्ट वाली जी लाइन है, एलिजाबैथ वॉक्स टू नेदरफील्ड, दूसरे नंबर पे। फिर जेन फॉल्स इल, पहली लाइन है ये तीसरे नंबर पे। फिर सेकंड लाइन ते एंड पे फोर्थ लाइन। इसका सीक्वेंस बन गया 3 5 1 2 5, सॉरी 4, 3 5 1 2 4। मिसिस बेनेट बारे एक क्वेश्चन है आगे, वाई डज मिसिस बेनेट आस्क जैन टू राइड टू नेदरफील्ड ऑन हॉर्स बैक। मिसिस बेनेट जेन नू हॉर्सबैक ते क्यों नीदरफील्ड जाने वास्ते कहती है। वॉट डज दिस टेल यू अबाउट मिसिस बेनेट्स कैरेक्टर। मिसिस बेनेट के दिल दे विच तां ये हुंदी है कि वो थोड़ी देर रहेगी उत्थे ते उन्हां दा अटेंशन अट्रैक्ट कर सकती है। मिसिस बेनेट wanted to make sure that Jane gets wet and catches a cold, so that she has to stay back and thus attract the attention and affection of Mr. Bingley. This shows that Mrs. Bennet is a shrewd woman who could do anything for her daughters to get married to rich and affluent families. दूसरा क्वेश्चन है, वाई डज एलिजाबेथ डिसलाइक मिस्टर बिंगलेस सिस्टर। एलिजाबेथ मिस्टर बिंगलेस की सिस्टर नू क्यों डिसलाइक करती है। शी डिसलाइक्स दैम बिकॉज दे सीम टू बी एक्सट्रीमली वेन, कोल्ड एंड इनडिफरेंट इन नेचर। वो बहुत ही इनडिफरेंट नेचर दी है, इस करके ते उन्हां दे दिल विच किसी के प्रति कोई लगाव नहीं है, इस करके एलिजाबैथ नूं वो चंगियां नहीं लगदियां। थर्ड क्वेश्चन है, व्हाट इज़ द इंप्रैशन ऑफ मिस्टर डार्सी। चूज एनी 2 एडजेक्टिव्स टू डिस्क्राइब हिज कैरेक्टर एंड एक्सप्लेन वाई यू थिंक सो। मिस्टर डार्सी के बारे दो गल्लां ही दो एडजैक्टिव पूछे गए हैं, तो दो एडजैक्टिव एरोगेंट ते प्राउड ਉਹਦੇ वास्ते हो सकते हैं। मिस्टर डार्सी सीम्स टू बी वेरी एरोगेंट एंड प्राउड। ही बिलीव्स दैट थिंग्स ought to be done in a certain way and is firm about it। वो अपनी धुन दा पक्का है तो वो ये सोचता है कि जो मैं सोच लिया वो सही है। फोर्थ क्वेश्चन इज़ राइट ए शॉर्ट नोट ऑन द पोर्ट्रेयल ऑफ वुमेन कैरेक्टर्स इन द कॉमिक you have just read. Women in the comic have been portrayed as vain and having an excessive high opinion of others' appearance, ability or worth। इस दे विच ਜਿਹੜੀਆਂ ਮਿਸਿਸ ਬਿੰਗਲੇ ਦੇ ਘਰ ਆਈਆਂ ਹੋਈਆਂ ਦੋ ਲੇਡੀਜ਼ ਹੈ, ਜਿਹੜੀਆਂ ਕਿ ਮਿਸਟਰ ਡਾਰਸੀ ਦੀਆਂ ਭੈਣਾਂ ਹਨ, ਉਹਨਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਜ਼ਿਆਦਾ ਓਪੀਨੀਅਨ ਬਣਾਉਂਦੀ ਹੈ ਦੂਸਰੇ ਦੀ ਅਪੀਅਰੈਂਸ ਬਾਰੇ, ਐਬਿਲਿਟੀ, ਉਹਨਾਂ ਦੇ ਕਾਰਜਕੁਸ਼ਲਤਾ ਦੇ 'ਤੇ ਸ਼ੱਕ ਕਰਦੀਆਂ। ਅਤੇ ਇਸੇ ਤਰ੍ਹਾਂ ਜਿਹੜੀ ਐਲਿਜ਼ਾਬੈਥ ਹੈ ਉਹ ਵੀ ਉਹਨਾਂ 'ਤੇ ਸ਼ੱਕ ਕਰਦੀ ਹੈ ਕਿ ਉਹ ਉਸ ਨੂੰ ਚੰਗਾ ਨਹੀਂ ਸਮਝਦੀਆਂ। They do not have any worthwhile activities to do and would rather sit and discuss others। ਇਹ ਦੂਸਰਿਆਂ ਬਾਰੇ ਜ਼ਿਆਦਾ ਵਿਚਾਰ ਕਰਦੀਆਂ ਨਾ ਕਿ ਆਪਣੇ ਬਾਰੇ ਇਹ ਜ਼ਿਆਦਾ ਚਿੰਤਿਤ ਹੁੰਦੀਆਂ ਹਨ। ਇਸ ਤਰ੍ਹਾਂ ਆਪਣਾ ਲੈਸਨ ਐਂਡ 'ਤੇ ਆਉਂਦਾ ਹੈ। ਅਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰਨਾ, ਜੇ ਨਹੀਂ ਪਸੰਦ ਆਈ ਬੇਸ਼ੱਕ ਡਿਸਲਾਈਕ ਕਰ ਦੇਣਾ।
ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨਾ ਅਤੇ ਜੇ ਚੈਨਲ 'ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਧੰਨਵਾਦ।